ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਨੌਲੇਜ ਹੱਬ ਦੇ ਵਿੱਚ। ਸੋ ਸਟੂਡੈਂਟਸ, ਅੱਜ ਅਸੀਂ ਡਿਸਕਸ ਕਰਾਂਗੇ ਜੋ ਆਪਣਾ PEET-+B ਸੀਨੀਅਰ ਅਸਿਸਟੈਂਟ ਦਾ ਮੌਕ ਟੈਸਟ ਹੋਇਆ ਸੀ, ਉਸ ਦੇ ਮੌਕ ਟੈਸਟ ਦੇ ਕੁਐਸਚਨ ਅੱਜ ਦੀ ਸਪੈਸ਼ਲ ਕਲਾਸ ਵਿੱਚ ਅਸੀਂ ਕਰਾਂਗੇ। ਅੱਜ ਜੋ ਹੈ ਅਸੀਂ ਪਾਰਟ 1 ਕਰਾਂਗੇ। 3 ਪਾਰਟਾਂ ਵਿੱਚ ਅਸੀਂ ਇਹ ਮੌਕ ਟੈਸਟ ਡਿਸਕਸ ਕਰਾਂਗੇ। ਸੋ ਅੱਜ ਦੇ ਪਾਰਟ ਵਿੱਚ ਅਸੀਂ ਮੈਥਮੈਟਿਕਸ ਦੇ ਕੁਐਸਚਨਸ ਤੇ ਜੋ ਵੀ ਸਰਵਿਸ ਰਿਲੇਟਡ ਕੁਐਸਚਨ ਮੌਕ ਟੈਸਟ ਵਿੱਚ ਪੁੱਛੇ ਗਏ ਸੀ ਉਹ ਕਵਰ ਕਰਾਂਗੇ। ਸੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲੋ। ਨਾਲ ਅਸੀਂ ਥੋੜਾ ਜਿਹਾ ਟਾਈਮ ਵੀ ਦੇਵਾਂਗੇ ਤਾਂ ਕਿ ਜਿਹੜੇ ਨਵੇਂ ਸਟੂਡੈਂਟਸ ਨੇ ਜਿਹੜੇ ਅੱਜ ਅਟੈਂਪਟ ਕਰ ਰਹੇ ਨੇ YouTube ਦੇ ਮਾਧਿਅਮ ਰਾਹੀਂ ਇਹ ਮੌਕ ਟੈਸਟ, ਤਾਂ ਉਹ ਆਪਣੇ ਆਨਸਰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੇ ਸਕਦੇ ਨੇ। ਸੋ ਸਭ ਤੋਂ ਪਹਿਲਾ ਕੁਐਸਚਨ ਹੈ ਜੀ, ਜੁਆਇਨਿੰਗ ਟਾਈਮ ਇਜ਼ ਨਾਟ ਅਲਾਉਡ ਇਨ ਕੇਸ ਆਫ। ਹੇਠਾਂ ਦਿੱਤੇ ਕਿਹੜੇ ਕੇਸ ਵਿੱਚ ਜੁਆਇਨਿੰਗ ਟਾਈਮ ਨਹੀਂ ਮਿਲਦਾ। ਤਾਂ 4 ਆਪਸ਼ਨਸ ਤੁਹਾਨੂੰ ਦਿੱਤੇ ਹੋਏ ਨੇ, ਤਾਂ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਹੋ A, B, C ਜਾਂ D। 10 ਸਕਿੰਟ ਦਾ ਟਾਈਮ ਦੇ ਰਹੇ ਹਾਂ ਤੁਹਾਨੂੰ। ਹੇਠਾਂ ਦਿੱਤੇ ਕਿਹੜੇ ਕੇਸ ਵਿੱਚ ਜੁਆਇਨਿੰਗ ਟਾਈਮ ਨਹੀਂ ਮਿਲਦਾ। ਸੋ ਇਸ ਦਾ ਜਿਹੜਾ ਕਰੈਕਟ ਆਨਸਰ ਆਣਾ ਸੀ ਜੀ, ਉਹ ਆਣਾ ਸੀ ਆਪਸ਼ਨ ਨੰਬਰ D, ਅ ਪੋਸਟ ਔਨ ਦੀ ਟ੍ਰਾਂਸਫਰ ਇਨ ਪਬਲਿਕ ਇੰਟਰਸਟ। ਜਦੋਂ ਪਬਲਿਕ ਇੰਟਰਸਟ ਵਿੱਚ ਕੋਈ ਬਦਲੀ ਹੁੰਦੀ ਹੈ ਤਾਂ ਉਸ ਵਿੱਚ ਜੁਆਇਨਿੰਗ ਟਾਈਮ ਨਹੀਂ ਮਿਲਦਾ। ਸੋ ਆਪਸ਼ਨ ਕਰੈਕਟ ਹੈ ਜੀ ਆਪਸ਼ਨ ਨੰਬਰ D। ਕੁਐਸਚਨ ਨੰਬਰ ਦੂਜਾ ਹੈ ਜੀ, ਹਵਾਈ ਯਾਤਰਾ ਦੇ ਮਾਮਲੇ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਣ ਦਾ ਸਮਾਂ ਉਪਲਬਧ ਹੈ। ਇਨ ਕੇਸ ਆਫ 에ਅਰ ਟਰੈਵਲ ਮੈਕਸਿਮਮ ਜੁਆਇਨਿੰਗ ਟਾਈਮ ਅਵੇਲੇਬਲ ਇਜ਼। ਜਦੋਂ ਅਸੀਂ ਮਤਲਬ ਕਿ 에ਅਰ ਟਰੈਵਲ ਕਰ ਰਹੇ ਹਾਂ ਤਾਂ ਮੈਕਸਿਮਮ ਜੁਆਇਨਿੰਗ ਟਾਈਮ ਇੱਕ ਗਵਰਨਮੈਂਟ EMPLOYE ਨੂੰ ਕਿੰਨਾ ਮਿਲਦਾ ਹੈ। ਤਾਂ ਆਪਸ਼ਨਸ ਤੁਹਾਨੂੰ ਗਿਵਨ ਨੇ A, B, C ਜਾਂ D। ਤਾਂ ਮੈਕਸਿਮਮ ਜੁਆਇਨਿੰਗ ਟਾਈਮ ਮਿਲਦਾ ਹੈ ਜੀ ਤੁਹਾਨੂੰ 12 ਦਿਨਾਂ ਦਾ। ਸੋ ਆਪਸ਼ਨ ਕਰੈਕਟ ਹੈ ਜੀ ਆਪਸ਼ਨ ਨੰਬਰ B। ਸਰਵਿਸ ਰਿਲੇਟਡ ਕੁਐਸਚਨ ਨੇ ਨਹੀਂ ਇਹ ਜਿਹੜੇ ਕੁਐਸਚਨ ਨੇ ਸਰਵਿਸ ਰਿਲੇਟਡ, ਕਿਉਂਕਿ ਸੀਨੀਅਰ ਅਸਿਸਟੈਂਟ ਦੇ ਐਗਜ਼ਾਮ ਵਿੱਚ ਹਲੇ PEET-+B ਨੇ ਸਿਲੇਬਸ ਆਊਟ ਨਹੀਂ ਕੀਤਾ, ਪਰ ਜੋ ਸੀਨੀਅਰ ਅਸਿਸਟੈਂਟ ਦੇ ਐਗਜ਼ਾਮ ਹੁੰਦੇ ਨੇ ਉਹਨਾਂ 'ਚ ਸਰਵਿਸ ਰਿਲੇਟਡ ਕੁਐਸਚਨਸ ਜ਼ਰੂਰ ਪੁੱਛੇ ਜਾਂਦੇ ਨੇ, ਕਿਉਂਕਿ ਇੱਕ ਸੀਨੀਅਰ ਅਸਿਸਟੈਂਟ ਦਾ ਕੰਮ ਹੀ ਇਹੀ ਹੁੰਦਾ। ਸੋ ਪੰਜਾਬ ਪਬਲਿਕ ਸਰਵਿਸ ਰੂਲ ਸਰਵਿਸ ਰਿਲੇਟਡ ਕੁਐਸਚਨ ਜੋ ਨੇ ਉਹ ਪੁੱਛੇ ਜਾਂਦੇ ਨੇ। ਸੋ ਹੀ ਕੁਐਸਚਨ ਅਸੀਂ ਕਰਾ ਰਹੇ ਹਾਂ। ਸੋ ਥਰਡ ਕੁਐਸਚਨ ਹੈ ਜੀ, ਜੁਆਇਨਿੰਗ ਟਾਈਮ ਨੂੰ ਜੋੜਿਆ ਨਹੀਂ ਜਾ ਸਕਦਾ। ਜੁਆਇਨਿੰਗ ਟਾਈਮ ਕੈਨ ਨਾਟ ਬੀ ਕੰਬਾਈਨਡ ਵਿਦ। ਇਹਨਾਂ ਵਿੱਚੋਂ ਕਿਸ ਨਾਲ ਜੁਆਇਨਿੰਗ ਟਾਈਮ ਨੂੰ ਕੰਬਾਈਨ ਮਤਲਬ ਕਿ ਜੋੜਿਆ ਨਹੀਂ ਜਾ ਸਕਦਾ। ਆਪਸ਼ਨ A ਹੈ ਜੀ ਅਰਨਡ ਲੀਵ, B ਕੈਜੂਅਲ ਲੀਵ, C ਸਿਕ ਲੀਵ ਤੇ D ਕਮਿਊਟੇਡ ਲੀਵ। ਕਿਹੜੀ ਲੀਵ ਨਾਲ ਜੁਆਇਨਿੰਗ ਟਾਈਮ ਨੂੰ ਨਹੀਂ ਜੋੜਿਆ ਜਾ ਸਕਦਾ। ਤਾਂ ਕਰੈਕਟ ਆਪਸ਼ਨ ਹੈ ਜੀ ਇਸ ਦਾ ਆਪਸ਼ਨ ਨੰਬਰ C, ਸਿਕ ਲੀਵ ਨਾਲ ਜੁਆਇਨਿੰਗ ਟਾਈਮ ਨੂੰ ਕੀ ਨਹੀਂ ਕੀਤਾ ਜਾ ਸਕਦਾ, ਕੰਬਾਈਨਡ ਨਹੀਂ ਕੀਤਾ ਜਾ ਸਕਦਾ। ਚੌਥਾ ਕੁਐਸਚਨ ਹੈ ਜੀ, ਕਿਸੇ ਕਰਮਚਾਰੀ ਦੀ ਯੋਗਤਾ ਸੇਵਾ ਜੋ 30 ਸਾਲ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਸਵੈ ਇੱਛਾ ਸੇਵਾ ਮੁਕਤੀ ਦੀ ਚੋਣ ਕਰਦਾ ਹੈ, ਕਿੰਨਾ ਵਾਧਾ ਕੀਤਾ ਜਾਵੇਗਾ। The qualifying service of an employee who opt for voluntary retirement after the completion of 30 year of service shall be increased by। ਠੀਕ ਹੈ ਜੀ, ਤਾਂ ਇਹ ਹੈਗਾ ਜੀ ਮਤਲਬ ਕਿਸੇ ਨੇ 30 ਸਾਲ ਦੀ ਆਪਣੀ ਨੌਕਰੀ ਕਰ ਲਈ ਹੈ ਤੇ ਉਹ ਸਵੈ ਇੱਛਾ ਨਾਲ ਸੇਵਾ ਮੁਕਤੀ ਦੀ ਚੋਣ ਕਰਦਾ ਹੈ। ਠੀਕ ਹੈ ਜੀ, ਤਾਂ ਉਸ ਦੀ ਕੁਆਲੀਫਾਈਂਗ ਸਰਵਿਸ ਹੈ ਜਿਹੜੀ ਉਸ ਨੂੰ ਕਿੰਨਾ ਇਨਕਰੀਜ਼ ਕੀਤਾ ਜਾ ਸਕਦਾ ਹੈ। ਠੀਕ ਹੈ, 30 ਸਾਲ ਤੋਂ ਬਾਅਦ। ਤਾਂ ਇਸ ਦਾ ਕਰੈਕਟ ਆਪਸ਼ਨ ਹੈ ਜੀ ਆਪਸ਼ਨ ਨੰਬਰ B, 3 ਸਾਲ। ਆਪਸ਼ਨ ਨੰਬਰ B। ਪੰਜਵਾਂ ਕੁਐਸਚਨ ਹੈ ਜੀ, ਪੈਨਸ਼ਨ ਦੀ ਗਣਨਾ ਕਰਨ ਦੇ ਉਦੇਸ਼ ਲਈ ਇਮੋਲੂਮੈਂਟਸ ਵਿੱਚ ਸ਼ਾਮਲ ਹਨ। ਫॉर the purpose of calculating pension emoluments include। ਕਹਿੰਦੇ ਜੀ ਜਦੋਂ ਪੈਨਸ਼ਨ ਕਾਊਂਟ ਹੁੰਦੀ ਹੈ ਤਾਂ ਇਮੋਲੂਮੈਂਟਸ ਜਿਹੜੇ ਹੁੰਦੇ ਨੇ ਉਸ ਵਿੱਚ ਕੀ ਕਾਊਂਟ ਹੋਊਗਾ, ਕੀ ਇਨਕਲੂਡ ਹੋਊਗਾ। ਆਪਸ਼ਨਸ ਦਿੱਤੇ ਹੋਏ ਸੀ ਬੇਸਿਕ ਪੇ, ਬੇਸਿਕ ਪੇ ਪਲਸ ਨਾਨ ਪ੍ਰੈਕਟਿਸਿੰਗ ਅਲਾਉਂਸ, ਬੇਸਿਕ ਪੇ ਪਲਸ ਡੀਅਰਨੈਸ ਅਲਾਉਂਸ, ਬੇਸਿਕ ਪੇ ਪਲਸ ਨਾਨ ਪ੍ਰੈਕਟਿਸਿੰਗ ਅਲਾਉਂਸ ਪਲਸ ਡੀਅਰਨੈਸ ਅਲਾਉਂਸ। ਤਾਂ ਜਦੋਂ ਪੈਨਸ਼ਨ ਦੀ ਗਣਨਾ ਹੁੰਦੀ ਹੈ, ਪੈਨਸ਼ਨ ਕੈਲਕੂਲੇਟ ਹੁੰਦੀ ਹੈ, ਤਾਂ ਉਸ ਦੇ ਵਿੱਚ ਜਿਹੜੇ ਇਮੋਲੂਮੈਂਟਸ ਹੁੰਦੇ ਨੇ ਉਸ ਵਿੱਚ ਬੇਸਿਕ ਪੇ ਤੋਂ ਨਾਨ ਪ੍ਰੈਕਟਿਸਿੰਗ ਅਲਾਉਂਸ ਜੋੜੇ ਜਾਂਦੇ ਨੇ। ਠੀਕ ਹੈ ਜੀ, ਬੇਸਿਕ ਪੇ ਤੇ ਨਾਨ ਪ੍ਰੈਕਟਿਸਿੰਗ ਅਲਾਉਂਸ ਜੋੜੇ ਜਾਂਦੇ ਨੇ। ਸੋ ਆਪਸ਼ਨ ਕਰੈਕਟ ਹੈ ਜੀ ਆਪਸ਼ਨ ਨੰਬਰ B। ਛੇਵਾਂ ਕੁਐਸਚਨ ਹੈ ਜੀ, ਫॉर ਕੈਲਕੂਲੇਸ਼ਨ ਆਫ ਗ੍ਰੈਚੁਇਟੀ ਇਮੋਲੂਮੈਂਟਸ ਇਨਕਲੂਡ। ਗ੍ਰੈਚੁਇਟੀ ਦੀ ਗਣਨਾ ਲਈ ਇਮੋਲੂਮੈਂਟਸ ਵਿੱਚ ਸ਼ਾਮਲ ਹਨ। ਕਹਿੰਦੇ ਜੀ ਜਦੋਂ ਗ੍ਰੈਚੁਇਟੀ ਕੈਲਕੂਲੇਟ ਕਰਦੇ ਆ ਤਾਂ ਇਮੋਲੂਮੈਂਟਸ ਵਿੱਚ ਕੀ ਜੁੜੇਗਾ। ਸੇਮ ਕੁਐਸਚਨ ਹੈ, 4 ਆਪਸ਼ਨਸ ਤੁਹਾਨੂੰ ਦਿੱਤੇ ਹੋਏ ਸੀ
सो इसका जो करैक्ट ऑप्शन आना है जी वो आना है ऑप्शन नंबर बी, बेसिक पे प्लस डियरनेस अलाउंस काउंट होंगे है जी, बेसिक पे प्लस डियरनेस अलाउंस काउंट होंगे है, ठीक है, जो कैलकुलेशन होंगी है ग्रेचुटी की। 7वां क्वेश्चन है जी, महंगाई भत्ते की गणना लई विचार किया जाना है, डियरनेस अलाउंस इज कंसीडर्ड फॉर द कैलकुलेशन ऑफ, डियरनेस अलाउंस किस दी कैलकुलेशन वास्ते कंसीडर किया जाता है, तो इसका करैक्ट ऑप्शन सी जी ऑप्शन नंबर सी, ग्रेचुटी अमाउंट जी दी जाती है, ऑप्शन नंबर सी। क्वेश्चन नंबर 8वां है जी, जीपीएफ डिपोजिट ते ब्याज का भुगतान किया जाएगा जेकर ग्रेचुटी का भुगतान 10 महीनों तक रिटायरमेंट की मिति तो बाद देरी नाल हुंदा है, ठीक है जी। कहते कि जीपीएफ डिपोजिट होंगे है जोड़ा बंदे का, जेकर किसी बंदे ग्रेचुटी का भुगतान, ठीक है जी, किन्ने महीने रिटायरमेंट की जी उसकी मिति है उस तो किन्ने महीने बाद मिलूगा, ठीक है। क्वेश्चन है, मान लो एक बंदा रिटायर होया, उसनों ग्रेचुटी मिलनी सी लेकिन उसनों ग्रेचुटी देर नाल मिलती है, तो जिहड़ा उसका जीपीएफ डिपोजिट है, जिहड़े उहदे जीपीएफ च पैसे पे ने उन्हां ते ब्याज मिलेगा उसनों। तो इन्हों ने बेसिकली वो टाइम पूछा कि किन्नी देरी तो बाद जेकर ग्रेचुटी मिलती है, तो इसका करैक्ट ऑप्शन है जी ऑप्शन नंबर ए, जेकर ग्रेचुटी मिलने च 3 महीनों की देरी हो जाती है तो सानू की मिलता है, ब्याज मिलता है जीपीएफ डिपोजिट से, ठीक है जी। अगे चलते हैं जी। 9वां क्वेश्चन सी जी, राष्ट्रीय पेंशन प्रणाली किस तारीख तो प्रभावी हुई, नैशनल पेंशन सिस्टम इज इफेक्टिव फ्रॉम, तो नैशनल पेंशन सिस्टम जिहड़ा इफेक्ट होया सी ਉਹ होया सी 1/1/2004 तो, एनपीएस जिसनों असीं कहंदे आ 1/1/2004 तो यह प्रभावी होया सी, सो करैक्ट ऑप्शन है ऑप्शन नंबर ए। 10वां क्वेश्चन है जी, नैशनल पेंशन सिस्टम इज, राष्ट्रीय पेंशन प्रणाली है की है, तो राष्ट्रीय पेंशन प्रणाली की है जी, थले ऑप्शन दिते हैं कॉन्ट्रीब्यूटरी, नॉन कॉन्ट्रीब्यूटरी, ए एंड बी बोथ, या फिर नन ऑफ दी, तो नेशनल पेंशन प्रणाली है जी कॉन्ट्रीब्यूटरी, ठीक है जी, कॉन्ट्रीब्यूटरी। 11वां क्वेश्चन है जी, नवी पेंशन प्रणाली के तहत घट्टो घट किन्नी सेवा तो बाद अंशक कढवाउण की इजाजत है, अंडर न्यू पेंशन सिस्टम पार्शियल विड्रॉ इज अलाउड आफ्टर मिनिमम सर्विस ऑफ, किन्ने सालों की मिनिमम सर्विस तो बाद पार्शियल विड्रॉ अलाउ है, तो यह है जी ऑप्शन नंबर सी, 3 सालों की मिनिमम सर्विस, मैक्सीमम नहीं जी, मिनिमम सर्विस तो बाद पार्शियल विड्रॉ अलाउड। 12वां क्वेश्चन है जी, एनपीएस ਦੇ ਟੀਅਰ 1 ਵਿੱਚ ਪੈਨਸ਼ਨ ਫੰਡ ਅਤੇ ਨਿਵੇਸ਼ ਪੈਟਰਨ ਦੀ ਚੋਣ ਕਿਸ ਤਾਰੀਖ ਦੇ ਪ੍ਰਭਾਵ ਨਾਲ ਪੇਸ਼ ਕੀਤੀ ਗਈ ਹੈ, choice of pension fund and investment pattern in tier 1 of NPS has been introduced with effect from टायर 1 च जो पेंशन फंड है ते इन्वेस्टमेंट पैटर्न है उस विच तुसी किवें किवें पैसे लगा सकते हो, उसकी जिहड़ी चोण करन दी विधि आ वो कदों मतलब कि इस विच लागू की गई सी, तां इसका करैक्ट ऑप्शन आना सी जो ऑप्शन नंबर ए, 1 अप्रैल 2019 तो, सो ऑप्शन करैक्ट है जी ऑप्शन नंबर ए, ठीक है जी। सो अगे चलते हैं। 13वां क्वेश्चन सी जी, फैक्ट्री एक्ट तो सी यह, फैक्ट्री एक्ट 1948 द्वारा नियंत्रित उद्योग अदारे विच नियुक्त एक सरकारी कर्मचारी द्वारा ईएल कम एचपीएल के संबंध विच वध तो वध किन्ने दिनां दी गिणती की जा सकती है, वट इज द मैक्सिमम नंबर ऑफ डे इन रिस्पेक्ट ऑफ ईएल कम एचपीएल that can be encashed by a government servant appointed in industrial establishment which is governed by Factory Act 1948। तो इसका जो करैक्ट ऑप्शन है जी वो है जी ऑप्शन नंबर सी, 300 दिन, ऑप्शन नंबर सी, 300 दिन। क्वेश्चन नंबर 14, ਜਦੋਂ ਕੋਈ ਸਰਕਾਰੀ ਕਰਮਚਾਰੀ ਕਿਸੇ ਖਾਸ ਕਿਸਮ ਦੀ ਛੁੱਟੀ ਲਈ ਅਰਜ਼ੀ ਦਿੰਦਾ ਹੈ ਤਾਂ ਛੁੱਟੀ ਮਨਜ਼ੂਰੀ ਅਥਾਰਟੀ ਕੋਲ ਇਹ ਅਧਿਕਾਰ ਨਹੀਂ ਹੁੰਦਾ ਕਿ ਉਹ ਛੁੱਟੀ ਨੂੰ ਡੈਸ਼ ਕਰ ਸਕੇ। When a government servant apply for a specific kind of leave, the leave sanctioning authority does not have the power to। ਜਦੋਂ ਕਿਸੇ ਸਰਕਾਰੀ ਮੁਲਾਜ਼ਮ ਨੇ ਕੋਈ ਛੁੱਟੀ ਅਪਲਾਈ ਕੀਤੀ ਤਾਂ ਜਿਹੜੀ ਲੀਵ ਸੈਂਕਸ਼ਨਿੰਗ ਅਥਾਰਟੀ ਹੁੰਦੀ ਹੈ ਉਸ ਕੋਲ ਪਾਵਰਾਂ ਹੁੰਦੀਆਂ ਨੇ, ਇਹਨਾਂ ਵਿੱਚੋਂ ਕਿਹੜੀ ਪਾਵਰ ਲੀਵ ਸੈਂਕਸ਼ਨਿੰਗ ਅਥਾਰਟੀ ਕੋਲ ਨਹੀਂ ਹੈ, ਤਾਂ ਕਰੈਕਟ ਆਪਸ਼ਨ ਹੈ ਜੀ ਆਪਸ਼ਨ ਨੰਬਰ ਡੀ, ਆਲਟਰ ਕਰਨ ਦੀ, ਠੀਕ ਹੈ ਜੀ। ਆਲਟਰ ਕਰਨ ਦੀ मतलब कि किसी भी तरह की मॉडिफिकेशन उस छुट्टी ਵਿੱਚ ਉਹ नहीं करवा सकते ਜਦੋਂ ਕਿਸੇ ਖਾਸ ਕਿਸਮ ਦੀ ਛੁੱਟੀ ਦੀ ਅਰਜ਼ੀ ਦਿੰਦਾ ਹੈ ਬੰਦਾ। 15ਵਾਂ क्वेश्चन है जी,
एक सरकारी कर्मचारी अपने क्रेडिट विच पई छुट्टी लई कोई दावा नहीं कर सकता जेकर वह सर्विस विचों की है। ए गवर्नमेंट सर्वेंट ceases to have any claim for leave to his credit if he has ਜੇਕਰ ਉਸਨੇ ਕੀ ਕੀਤਾ ਹੋਇਆ ਜੀ, ਉਹ ਡਿਸਮਿਸ ਹੈ ਸਰਵਿਸ ਚ, ਤਾਂ ਉਹ ਕੋਈ ਕਲੇਮ ਨਹੀਂ ਕਰ ਸਕਦਾ ਆਪਣੇ ਕ੍ਰੈਡਿਟ ਪਈ ਛੁੱਟੀ ਵਿੱਚ। 16ਵਾਂ ਕੁਐਸਚਨ ਹੈ ਜੀ, ਜੇਕਰ ਕੋਈ ਸਰਕਾਰੀ ਕਰਮਚਾਰੀ ਇੱਕ ਕਿਸਮ ਦੀ ਛੁੱਟੀ ਨੂੰ ਦੂਜੀ ਕਿਸਮ ਦੀ ਛੁੱਟੀ ਵਿੱਚ ਤਬਦੀਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਬਦਲੀ ਲਈ ਅਰਜੀ ਕਿੰਨੀ ਮਿਆਦ ਅੰਦਰ ਦੇਣੀ ਪਵੇਗੀ। ਮੰਨ ਲਓ ਕਿਸੇ ਸਰਕਾਰੀ ਮੁਲਾਜ਼ਮ ਨੇ ਛੁੱਟੀ ਅਪਲਾਈ ਕੀਤੀ ਹੈ ਤੇ ਉਹ ਉਸ ਛੁੱਟੀ ਨੂੰ ਦੂਜੀ ਛੁੱਟੀ ਵਿੱਚ ਕਨਵਰਟ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਕਿੰਨੇ ਦਿਨਾਂ ਦੇ ਅੰਦਰ ਅੰਦਰ ਉਹ ਬਦਲੀ ਦੀ ਛੁੱਟੀ ਦੀ ਅਰਜੀ ਦੇਣੀ ਪਊਗੀ। ਤਾਂ ਕਰੈਕਟ ਆਪਸ਼ਨ ਹੈ ਜੀ ਆਪਸ਼ਨ ਨੰਬਰ ਬੀ, 30 ਦਿਨਾਂ ਦੇ ਅੰਦਰ ਅੰਦਰ ਉਸ ਨੂੰ ਉਹ ਜਿਹੜੀ ਬਦਲੀ ਲਈ ਅਰਜੀ ਦੀ ਦੇਣੀ ਪਵੇਗੀ। ਕੁਐਸਚਨ ਨੰਬਰ 17ਵਾਂ ਹੈ ਜੀ, ਹਰ ਛਿਮਾਹੀ ਦੌਰਾਨ ਛੁੱਟੀਆਂ ਵਾਲੇ ਵਿਭਾਗਾਂ ਵਿੱਚ ਸੇਵਾ ਕਰਨ ਵਾਲੇ ਵਿਅਕਤੀਆਂ ਲਈ ਕਮਾਈ ਛੁੱਟੀ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੈ। What is the maximum number of earned leave for a person serving in vocation department during each half year? ਤਾਂ ਉਹਨਾਂ ਵਾਸਤੇ ਛੁੱਟੀਆਂ ਨੇ ਜੀ 5। ਆਪਸ਼ਨ ਨੰਬਰ ਸੀ ਇੱਥੇ ਕਰੈਕਟ ਆਪਸ਼ਨ ਹੈ, ਆਪਸ਼ਨ ਨੰਬਰ ਸੀ 5। 18ਵਾਂ ਕੁਐਸਚਨ ਹੈ ਜੀ, ਪਬਲਿਕ ਪ੍ਰੋਵੀਡੈਂਟ ਫੰਡ ਖਾਤਾ ਖੋਲ੍ਹਣ ਲਈ ਘੱਟੋ ਘੱਟ ਜਮ੍ਹਾਂ ਰਕਮ ਕਿੰਨੀ ਹੈ। What is the minimum deposit to open a public provident fund account? ਤਾਂ ਮਿਨੀਮਮ ਡਿਪੋਜ਼ਿਟ ਕਿੰਨਾ ਚਾਹੀਦਾ ਹੈ ਜੀ ਪੀਪੀਐਫ ਦਾ ਅਕਾਊਂਟ ਖੋਲਣ ਵਾਸਤੇ 500 ਰੁਪਏ। ਸੋ ਆਪਸ਼ਨ ਕਰੈਕਟ ਹੈ ਜੀ ਆਪਸ਼ਨ ਨੰਬਰ ਸੀ। 19ਵਾਂ ਕੁਐਸਚਨ ਹੈ ਜੀ, ਜੀਪੀਐਫ ਸਿਵਲ ਸਰਵਿਸ ਨਿਯਮ 1960 ਦਾ ਕਿਹੜਾ ਨਿਯਮ ਨਾਮਜ਼ਦਗੀ ਨਿਰਧਾਰਤ ਕਰਦਾ ਹੈ। Which rule of GPF civil service rule 1960 prescribe nomination? ਤਾਂ nomination ਨਿਰਧਾਰਿਤ ਕਰਦਾ ਹੈ ਜੀ ਰੂਲ ਨੰਬਰ 5। ਸੋ ਕਰੈਕਟ ਆਪਸ਼ਨ ਹੈ ਜੀ ਆਪਸ਼ਨ ਨੰਬਰ ਬੀ। ਕੁਐਸਚਨ ਨੰਬਰ 20ਵਾਂ ਹੈ ਜੀ, ਪੀਪੀਐਫ ਖਾਤੇ ਦੇ ਤਹਿਤ ਵਿਆਜ ਕਿਸ ਦੇ ਅੰਤ ਵਿੱਚ ਖਾਤੇ ਵਿੱਚ ਜਮ੍ਹਾਂ ਕੀਤਾ ਜਾਵੇਗਾ। ਇੰਟਰਸਟ ਅੰਡਰ ਪੀਪੀਐਫ ਅਕਾਊਂਟ ਸ਼ੈਲ ਬੀ ਕ੍ਰੈਡਿਟਡ ਟੂ ਦੀ ਅਕਾਊਂਟ ਐਟ ਦੀ ਐਂਡ ਆਫ, ਤਾਂ ਕਿਸ ਦੇ ਐਂਡ ਵਿੱਚ ਅਕਾਊਂਟ 'ਚ ਕ੍ਰੈਡਿਟ ਕੀਤਾ ਜਾਵੇਗਾ। ਤਾਂ ਆਪਸ਼ਨ ਹੈ ਜੀ ਆਪਸ਼ਨ ਨੰਬਰ ਸੀ, ਹਰ ਸਾਲ ਦੇ ਐਂਡ ਵਿੱਚ, ਈਚ ਈਅਰ। ਠੀਕ ਹੈ ਜੀ, ਪੀਪੀਐਫ ਖਾਤੇ ਦੇ ਤਹਿਤ ਵਿਆਜ ਹਰ ਸਾਲ ਦੇ ਅੰਤ ਵਿੱਚ ਖਾਤੇ ਵਿੱਚ ਜਮ੍ਹਾਂ ਕੀਤਾ ਜਾਵੇਗਾ। ਇਹ ਸੀ ਆਪਣੇ ਸਰਵਿਸ ਰਿਲੇਟਡ ਕੁਐਸਚਨ ਜੋ ਮੌਕ ਟੈਸਟ ਵਿੱਚ ਪੁੱਛੇ ਗਏ ਸੀ, PSSB ਸੀਨੀਅਰ ਅਸਿਸਟੈਂਟ ਦਾ ਜੋ ਮੌਕ ਟੈਸਟ ਹੋਇਆ ਸੀ। ਅੱਗੇ ਚੱਲਦੇ ਹਾਂ ਜੀ, ਹੁਣ ਸ਼ੁਰੂ ਹੋ ਗਏ ਮੈਥ ਦੇ ਕੁਐਸਚਨ। ਸੋ ਮੈਥ ਦੇ ਕੁਐਸਚਨ ਸੀ ਜੋ, ਉਹਨਾਂ ਵਿੱਚ ਸਭ ਤੋਂ ਪਹਿਲਾ ਕੁਐਸਚਨ ਸੀ ਸੇਬਾਂ ਦੀ ਕੀਮਤ 20% ਵਧੀ ਹੈ ਤੇ ਫਿਰ 20% ਘਟੀ ਹੈ, ਸ਼ੁੱਧ ਪ੍ਰਤੀਸ਼ਤ ਦੀ ਕਮੀ ਕੀ ਹੈ। ਦੀ ਕੋਸਟ ਆਫ ਐਪਲਸ ਪਹਿਲਾਂ ਇਨਕਰੀਜ਼ ਹੋਈ ਹੈ 20%, ਫਿਰ ਡਿਕਰੀਜ਼ ਹੋਈ ਹੈ 20%, ਤੋਂ ਨੈਟ ਪਰਸੈਂਟੇਜ ਡਿਕਰੀਜ਼ ਪੁੱਛਿਆ ਸੀ ਉਹਨਾਂ ਨੇ। ਠੀਕ ਹੈ ਜੀ, ਸੋ ਪਹਿਲਾਂ ਤਾਂ ਦੇਖੋ ਇਸ ਦਾ ਜਿਹੜਾ ਕਰੈਕਟ ਆਪਸ਼ਨ ਸੀ ਉਹ ਸੀ ਜੀ ਆਪਸ਼ਨ ਨੰਬਰ ਏ। ਹੁਣ ਮੰਨ ਲਓ ਸੇਬਾਂ ਦੀ ਕੀਮਤ ਹੈ 100 ਰੁਪਏ। ਸੇਬਾਂ ਦੀ ਕੀਮਤ ਕਿੰਨੀ ਮੰਨੀ ਹੈ ਜੀ ਤੁਸੀਂ 100 ਰੁਪਏ ਮੰਨੀ ਹੈ। ਠੀਕ ਹੈ ਜੀ, ਜੇਕਰ ਇਨਕਰੀਜ਼ ਹੋ ਗਈ ਉਹਨਾਂ ਦੀ ਕੀਮਤ, ਪਹਿਲਾਂ ਕਿੰਨੇ ਦਾ ਵਾਧਾ ਹੋਇਆ ਹੈ ਜੀ 20 ਦਾ ਵਾਧਾ ਹੋਇਆ ਤਾਂ 120 ਹੋ ਗਈ, ਫਿਰ ਕਿੰਨੇ ਦਾ ਡਿਕਰੀਜ਼ ਹੋਇਆ, ਫਿਰ 20 ਦਾ ਡਿਕਰੀਜ਼ ਹੋਇਆ। ਠੀਕ ਹੈ ਜੀ, ਜਦੋਂ 20 ਦਾ ਡਿਕਰੀਜ਼ ਹੋਇਆ ਤਾਂ 120 ਤੇ 20 ਦਾ ਡਿਕਰੀਜ਼ ਹੋ ਗਿਆ ਤਾਂ ਕਿੰਨਾ ਹੋ ਗਿਆ 96। ਠੀਕ ਹੈ ਜੀ, ਹੁਣ ਡਿਕਰੀਜ਼ ਕਿੰਨਾ ਹੋਇਆ 100 ਮਾਈਨਸ 96 ਤਾਂ 4 ਦਾ ਡਿਕਰੀਜ਼ ਹੋਇਆ। ਸੋ ਪਰਸੈਂਟੇਜ ਡਿਕਰੀਜ਼ ਕਿੰਨਾ ਹੋ ਗਿਆ ਜੀ 4/100 ਗੁਣਾ 100, ਦੈਟ ਇਜ਼ 4%। ਠੀਕ ਹੈ ਜੀ, ਇਹ ਆ ਗਿਆ ਆਪਣਾ ਆਪਸ਼ਨ ਨੰਬਰ ਏ ਕਰੈਕਟ। ਸੇਬਾਂ ਦੀ ਕੀਮਤ 100 ਰੁਪਏ, ਇਨਕਰੀਜ਼ 120 ਹੋਇਆ, ਡਿਕਰੀਜ਼ ਫਿਰ 20% ਹੋਇਆ ਤਾਂ 96, ਦੈਨ 100 ਚੋਂ 96 ਮਾਈਨਸ ਕਰਤੇ 4% ਦਾ ਡਿਕਰੀਜ਼ ਆਪਣੇ ਕੋਲ ਆਇਆ। ਅਗਲਾ ਕੁਐਸਚਨ ਹੈ ਜੀ 22ਵਾਂ ਕੁਐਸਚਨ ਹੈ, there are 3 inlet tap diameter 1 cm, 3 cm and 5 cm respectively. The rate of flow of water is directly proportional to the square of the diameter. It takes 7 minutes for smallest pipe to fill an empty tank. Find the time taken to fill an empty tank when all the 3 taps are open. So is ਦਾ ਜਿਹੜਾ correct option ਸੀ option number D ਸੀ 10 ਸੈਕਿੰਡ।
सो ऑप्शन नंबर डी इज द करैक्ट ऑप्शन सी। ठीक है जी, अगे चलते हैं। 23वां क्वेश्चन सी, कहते एक दुकानदार पहले 4% की छूट दिंदा है, ठीक है जी, एंड गिव्स 1 आर्टिकल फ्री ऑन परचेज ऑफ 15 आर्टिकल, 15 आर्टिकल खरीदन ते 1 आर्टिकल फ्री दिंदा। ही अर्न 35% प्रॉफिट ड्यूरिंग द ट्रांजेक्शन, पूरी ट्रांजेक्शन के दौरान वह 35% का मुनाफा कमांदा है। ठीक है जी, बाय वट परसेंट अबव द कॉस्ट प्राइस ही मार्क्ड गुड्स, तो उसने ठीक है जी कॉस्ट प्राइस तो किन्ने उत्ते मतलब कि मार्क किए हुए सी अपने जेडे भी समान वो वेच रहा सी। सो इसका करैक्ट ऑप्शन है जी ऑप्शन नंबर बी, 50% उसने उत्ते मार्क किया होया सी। ठीक है जी, ऑप्शन नंबर बी 50% उपर मार्क किया होया सी। हुण देखो मार्केट प्राइस कितना है, उसने मार्केट प्राइस मान लो 100 है। ठीक है जी, डिस्काउंट किन्ने का दे रहा है, 4 का दे रहा है। सो डिस्काउंट तो बाद किन्ने का हो गया, 96 का हो गया। हुण कहंदे एक आर्टिकल फ्री भी दे रहा है, एक आर्टिकल फ्री किन्ने ते दे रहा, 15 ते दे रहा, मतलब कि ओह ठीक है जी डिस्काउंट ऑफ 1 ऑन एवरी सैट ऑफ 16, मतलब कि जे ਅਸੀਂ 16 ਚੀਜ਼ਾਂ ਖਰੀਦੀਆਂ ਨੇ ਤਾਂ ਇੱਕ ਦਾ ਡਿਸਕਾਊਂਟ ਆ ਰਿਹਾ ਉਸ ਤੇ, ਕਿਉਂਕਿ ਹਰ 15 ਤੋਂ ਬਾਅਦ ਇੱਕ ਫ੍ਰੀ ਦੇ ਰਿਹਾ। ਸੋ ਡਿਸਕਾਊਂਟ ਔਨ 96, ਹੁਣ ਇਹ 96 ਚੀਜ਼ਾਂ ਨੇ, 96 ਚੀਜ਼ਾਂ ਤੇ ਡਿਸਕਾਊਂਟ ਕਿੰਨੇ ਦਾ ਬਣਿਆ ਫਿਰ 16 ਦਾ, क्यों क्योंकि हर 16 चीज़ा बाद दे रहा। सो कितना आ गया जी 10%। हुण गेन कितना कह रहे सी उन्होंने होया 35% का उसनों गेन होया। सो सैलिंग प्राइस इज 90, देन कॉस्ट प्राइस की होगा, सैलिंग प्राइस तो 90 हो गया। ठीक है जी, सैलिंग प्राइस की हो गया 90। सो हुण एस पी की होगा 100 बटे 135 क्योंकि गेन सी गुणा 90। सो यह आ गया 200 बटे 3। सो एक्सट्रा मार्केट प्राइस उन्हें की मार्क किया होया सी 100 माइनस 200 बटे 3, दैट इज इक्वल टू 100 बटे 3। सो परसेंटेज इंक्रीज की होगा 100 इज इक्वल टू 100 बटे 3 गुणा 3 बटे 200 गुणा 100, दैट इज कमिंग आउट टू बी 50%। ठीक है जी, अगे चलते 24वां क्वेश्चन सी जी, कहते टू ट्रेन आर रनिंग एट ए स्पीड ऑफ 40 किलोमीटर पर आवर एंड 20 किलोमीटर पर आवर रेस्पेक्टिवली इन द सेम डायरेक्शन। The fast train completely passes a man sitting in a slow train in 5 seconds the length of the fast train। ਹੁਣ ਦੇਖੋ ਦੋਨੇ ਇੱਕੇ ਡਾਇਰੈਕਸ਼ਨ 'ਚ ਜਾ ਰਹੀਆਂ ਨੇ ਤਾਂ ਇੱਥੇ ਰਿਲੇਟਿਵ ਸਪੀਡ ਦਾ ਫਾਰਮੂਲਾ ਲੱਗੂਗਾ। ਪਹਿਲਾਂ ਤਾਂ ਇਸ ਦਾ ਜਿਹੜਾ ਕਰੈਕਟ ਆਪਸ਼ਨ ਹੈ ਜੀ ਉਹ ਆਏਗਾ ਆਪਸ਼ਨ ਨੰਬਰ ਸੀ, 27 ਸਹੀ 7/9, ਆਪਸ਼ਨ ਸੀ ਕਰੈਕਟ ਹੈ। ਹੁਣ ਇੱਥੇ ਫਾਰਮੂਲਾ ਜੋ ਲੱਗੂਗਾ ਉਹ ਲੱਗੂਗਾ ਜੀ ਰਿਲੇਟਿਵ ਸਪੀਡ ਦਾ। ਠੀਕ ਹੈ ਜੀ, ਰਿਲੇਟਿਵ ਸਪੀਡ ਆਪਾਂ ਇੱਥੇ ਕੱਢਣੀ। देखो सेम दिशा च जा रही ने, सो 40 माइनस 20 किलोमीटर पर, हुण किलोमीटर पर आवर नूं बदलना है। ठीक है जी, सो 40 माइनस 20 कितना हो गया 20 हो गया। हुण किलोमीटर पर आवर नूं मीटर पर सैकेंड च बदलने वास्ते 5/18 नाल इसनूं मल्टीप्लाई कर देंगे। ठीक है जी, 5/18 नाल, सो यह आ जाऊगा अपना 50/9 मीटर पर सैकेंड। सो लेंथ कड्ढनी है किस दी, फास्टर ट्रेन दी। सो फास्टर ट्रेन दी लेंथ किवें निकलूगी, 50/9 गुणा किन्ने सेकंड च वो पास कर रही है 5 च। ठीक है जी, सो यह कितना आ जाऊगा जी 250/9, डेट इज इक्वल टू 27 सही 7/9। सो यह अपना करैक्ट आंसर। 25वां क्वेश्चन, 25वां क्वेश्चन कहते टू कैंडिडेट ए एंड बी पार्टिसिपेटेड इन डूसू इलेक्शंस, 20% ऑफ द टोटल वोटिंग वाज डिक्लेयर्ड इनवैलिड। ए got 60% of the valid vote and get elected by majority of 2800 votes, find the total voting। दो उम्मीदवार इलेक्शनां विच खड़े, क्वेश्चन तो सब नूं समझ आ गया होना। दो उम्मीदवार इलेक्शनां च खड़े, ठीक है जी, 20% वोटिंग नूं इनवैलिड डिक्लेयर कर दिता गया। ए नूं 60% वैलिड वोट मिले ने ते ओह मेजोरिटी नाल जित गया 2800 वोटां। सो सानू कड्ढना है टोटल वोटिंग, किन्ने बंदियां ने वोटां पाईयां ने ओह कड्ढना है, टोटल वोटां किन्नियां पईयां ने। सो इसदा जो करैक्ट ऑप्शन है 25वें दा ओह है जी ऑप्शन नंबर बी, 1,80,000 टोटल वोटां पईयां ने। हुण किवें जी,
देखो 20% ਤਾਂ ਹੁਣ ਇੱਥੇ ਇਨਵੈਲਿਡ ਕਿੰਨੀਆਂ ਨੇ 20% ਵੋਟਾਂ ਨੇ ਜਿਹੜੀਆਂ ਉਹ ਇਨਵੈਲਿਡ ਹੁਣ ਵਿਨਰ ਨੂੰ ਕਿੰਨੀਆਂ ਮਿਲੀਆਂ ਨੇ 60%। ਦੈਨ ਲੂਜ਼ਰ ਨੂੰ ਕਿੰਨੀਆਂ ਮਿਲੀਆਂ ਹੋਣੀਆਂ ਜਿਹੜਾ ਹਾਰਿਆ ਉਸ ਨੂੰ ਕਿੰਨੀਆਂ ਮਿਲੀਆਂ ਹੋਣੀਆਂ 40%। ਠੀਕ ਹੈ ਜੀ डिफरेंस किन्ना है वैलिड वोटां दा ते इनवैलिड वोटां दा 28,800 डिफरेंस है। हुण जेकर असी फॉर्मूला देखिए तो फॉर्मूला हुंदा है टोटल नंबर ऑफ वोट्स इज इक्वल टू वैलिड वोट्स प्लस इनवैलिड वोट्स यही फॉर्मूला हुंदा है। ठीक है जी हुण विनर नूं 60% मिलियां ने लूजर नूं 40% मिलियां ने 60% minus 40% of 80x ਹੁਣ ਇਹ 80x ਕਿੱਥੋਂ ਆਇਆ ਦੇਖੋ ਵੈਲਿਡ ਵੋਟਾਂ ਕਿੰਨੀਆਂ ਨੇ ਵੈਲਿਡ ਵੋਟਾਂ ਕਿੰਨੀਆਂ ਹੋਣਗੀਆਂ ਨੰਬਰ ਆਫ ਵੋਟਸ ਕੀ ਨੇ ਮੰਨ ਲਓ ਨੰਬਰ ਆਫ ਵੋਟਸ ਨੂੰ ਅਸੀਂ 100x ਮੰਨ ਲਿਆ ਤਾਂ ਵੈਲਿਡ ਕਿੰਨੀਆਂ ਨੇ 100 minus 20x ਹੁਣ 80x क्यों क्योंकि 20% ਤਾਂ ਇਨਵੈਲਿਡ ਡਿਕਲੇਅਰ ਹੋ ਗਈਆਂ ਤਾਂ 80 ਕੀ ਨੇ ਵੈਲਿਡ ਨੇ ਸੋ 60 minus 40 20% ਆਫ 80x ਠੀਕ ਹੈ ਜੀ ਹੁਣ 20% ਆਫ 80x ਕੀ ਹੋ ਜਾਊਗਾ 16x ਇਕੁਅਲ ਟੂ 28,800 ਦੈਨ ਇਹ ਅੱਗੇ ਜਾ ਕੇ ਪ੍ਰੋਸੀਡ ਹੋ ਕੇ ਆ ਜਾਊਗਾ 1800 ਸੋ ਵੈਲਿਡ ਵੋਟ 100 ਗੁਣਾ 1800 ਦੈਨ 1,80,000 ਇਹ ਵੋਟ ਬਣ ਜੂ ਠੀਕ ਹੈ ਜੀ 26ਵਾਂ क्वेश्चन समय की कमी होने कारण थोड़ा जिहा जल्दी कराना पै रहा 26वां क्वेश्चन है जिहड़ा ए मैन कवर 1/3 पार्ट ऑफ ए जर्नी एट एन एवरेज स्पीड ऑफ a किलोमीटर पर आवर नेक्स्ट 1/3 पार्ट ऑफ जर्नी एट एन एवरेज स्पीड ऑफ b किलोमीटर पर आवर एंड रेस्ट पार्ट ऑफ द जर्नी एट एन एवरेज स्पीड ऑफ c किलोमीटर पर आवर फाइंड हिज एवरेज स्पीड ड्यूरिंग द होल जर्नी सो इस क्वेश्चन का जिहड़ा करैक्ट ऑप्शन है वह है जी ऑप्शन नंबर सी इस विच जिहड़ा फॉर्मूला यूज होया वो होया एवरेज स्पीड एवरेज स्पीड जो है इज इक्वल टू एवरेज स्पीड की होगी जी टोटल डिस्टेंस अपॉन टोटल टाइम ठीक है जी एवरेज स्पीड का फॉर्मूला इस विच यूज 27वां क्वेश्चन है जी विद रेफरेंस टू ए नंबर ग्रेटर देन 1 द डिफरेंस बिटवीन इटसेल्फ एंड इट्स रेसिप्रोकल इज 25% of the sum of itself and its reciprocal by how much percent correct to one decimal place is the fourth power of the number greater than its square so is the जो correct option है जी option number B है 66.7 is the correct option ठीक है जी जेकर इसनों असी देखिए मान लो नंबर ਨੂੰ ਅਸੀਂ ਕੀ ਮੰਨ ਲਿਆ नंबर B x so statement ਦੇ according x minus 1 by x हो जाऊगा then 25 अपॉन 100 ठीक है जी इनटू x प्लस 1 बाय x यह स्टेटमेंट के अकॉर्डिंग बन गया हुण ये की हो जाऊगा x स्क्वायर माइनस 1 इज इक्वल टू 1 बाय 4 x स्क्वायर प्लस 1 देन 4 इधर चले जाऊगा 4x स्क्वायर माइनस 4 इज इक्वल टू x स्क्वायर प्लस 1 देन वो तो अगे की हो जाऊगा x स्क्वायर इज इक्वल टू 5 बाय 3 then जेकर असी x दी 4 करांगे क्योंकि रेसिप्रोकल हो गया सो 25 by 9 सो रिक्वायर्ड परसेंटेज कढनी सी अपन सो 25 by 9 माइनस 5 by 3 इज इक्वल टू 5 by 3 इंटू 100 ਤਾਂ ਇਹ ਕਰਕੇ ਆ ਜਾਊਗਾ ਜੀ ਆਪਣਾ 66.7 ਇਸ ਦੀ ਕੈਲਕੂਲੇਸ਼ਨ ਜਦੋਂ ਅਸੀਂ ਕਰਾਂਗੇ ਅੱਗੇ ਚੱਲਦੇ ਹਾਂ ਜੀ 28वां क्वेश्चन सी A can complete a work in 12 days B can complete a work in 8 days how long B alone can take to complete the work देखो सब तो पहला ਅਸੀਂ ਇਸ ਵਿੱਚ ਕੀ ਕਰਨਾ ਹੈ 12 ਤੇ 8 ਦਾ LCM ਲੈ ਲੈਣਾ 12 ਤੇ 8 ਦਾ LCM ਲੈ ਕੇ ਆ ਗਿਆ ਆਪਣਾ 24 then A ਤੇ B then 12 दूनी 24 मतलब कि A ਇੱਕ ਦਿਨ ਵਿੱਚ ਦੋ ਕੰਮ ਕਰ ਰਿਹਾ ਹੈ ਤੇ B ਇੱਕ ਦਿਨ ਵਿੱਚ तीन काम कर रहे ठीक है जी जेकर ए ते बी मिलके कर रहे हैं तो टोटल 5 काम एक दिन विच हो रहे हैं ठीक है जी हुण
ਜੇਕਰ ਅਸੀਂ ਇੱਕ ਦਿਨ ਵਿੱਚ ਗੱਲ ਕਰੀਏ B ਐਕਸਟਰਾ ਕਿੰਨਾ ਕੰਮ ਕਰ ਰਿਹਾ, ਇੱਕ ਕੰਮ ਕਰ ਰਿਹਾ। ਕਿਉਂ? ਕਿਉਂਕਿ 3 - 2 ਤਾਂ 1, ਇੱਕ ਕੰਮ B ਵਾਧੂ ਕਰ ਰਿਹਾ, ਤਾਂ ਟੋਟਲ ਕੰਮ ਕਿੰਨਾ ਹੈ 24, ਤਾਂ B 24 ਕੰਮ ਕਿੰਨੇ ਦਿਨਾਂ ਵਿੱਚ ਕਰੂਗਾ, 24 ਦਿਨਾਂ ਵਿੱਚ ਕਰੂਗਾ, ਕਿਉਂਕਿ ਉਹ ਇੱਕ ਕੰਮ ਕਰ ਰਿਹਾ। ਸੋ ਆਪਸ਼ਨ ਕਰੈਕਟ ਹੈ ਜੀ 24। 29ਵਾਂ ਕੁਐਸਚਨ ਹੈ ਜੀ, the two diagonal of a rhombus are respectively 14 cm and 48 cm. The perimeter of rhombus is equal to। ਹੁਣ ਡਾਇਗਨਲ ਦਿੱਤੇ ਹੋਏ ਨੇ ਰੋਹੰਬਸ ਦੇ, ਠੀਕ ਹੈ ਜੀ, ਥੋੜਾ ਜਿਹਾ ਰੋਹੰਬਸ ਵੀ ਇਸ ਤਰ੍ਹਾਂ ਕਰਕੇ ਰੋਹੰਬਸ ਹੈ A B C D O। ਇੱਕ ਡਾਇਗਨਲ ਦਿੱਤਾ ਹੋਇਆ 7 ਤੇ ਦੂਜਾ ਡਾਇਗਨਲ ਦਿੱਤਾ ਹੋਇਆ 24। ਮੰਨ ਲਓ AC ਹੈ ਜੋ ਉਹ 7 ਹੈ ਤੇ BD ਹੈ ਉਹ 48। ਹੁਣ ਦੂਜੇ ਪੁਆਇੰਟ ਵੀ ਸਾਨੂੰ ਕੱਢਣੇ ਪੈਣਗੇ, ਤਾਂ AO ਇੱਥੇ ਤੱਕ AO ਸਾਡਾ ਬਣ ਜੂਗਾ 14/2 ਡੈਟ ਇਕੁਅਲ 7 ਸੈਂਟੀਮੀਟਰ, ਠੀਕ ਹੈ ਜੀ। ਇਸੇ ਤਰ੍ਹਾਂ ਅਸੀਂ BO ਵੀ ਕੱਢ ਲਾਂਗੇ, BO ਇਜ਼ ਇਕੁਅਲ ਟੂ 48/2 ਡੈਟ ਇਜ਼ ਇਕੁਅਲ ਟੂ 24। ਦੈਨ ਇੱਥੇ ਫਾਰਮੂਲਾ ਲੱਗੂਗਾ AB ਸਕੁਅਰ ਇਜ਼ ਇਕੁਅਲ ਟੂ AO ਸਕੁਅਰ ਪਲੱਸ BO ਸਕੁਅਰ। then AO 49 है, BO 576 है, टोटल आ गया जी 625। then AB का स्क्वायर, then AB आ गया 25, then 4 into side of rhombus, ठीक है जी, 4 into 25 that is coming out to be 100। so correct option है जी ऑप्शन नंबर B, ठीक है जी। 30वां क्वेश्चन ਤੇ ਅੱਜ ਦੀ ਕਲਾਸ ਦਾ ਆਖਰੀ ਕੁਐਸਚਨ, an article having market price rupees 900 was sold for rupees 648 after two successive discount। the first discount was 20%, what was the percentage rate of the second discount। ਤਾਂ ਇਸ ਦਾ ਜਿਹੜਾ ਕਰੈਕਟ ਆਪਸ਼ਨ ਹੈ ਉਹ ਵੈਸੇ ਆਪਸ਼ਨ ਨੰਬਰ B ਹੈ ਜੀ 10। ਸੋ ਇਹ ਹੋਇਆ ਕਿਵੇਂ ਹੈ, ਦੇਖੋ ਸਾਨੂੰ ਕਹਿ ਰਿਹਾ ਮਾਰਕੀਟ ਪ੍ਰਾਈਸ ਕਿੰਨਾ ਹੈ 900। ਹੁਣ ਜਦੋਂ 900 ਤੇ 2 ਡਿਸਕਾਊਂਟ ਦਿੱਤੇ ਨੇ, ਠੀਕ ਹੈ ਜੀ, ਪਹਿਲਾ ਡਿਸਕਾਊਂਟ ਕਿੰਨੇ ਦਾ ਦਿੱਤਾ ਹੈ 20 ਦਾ ਦਿੱਤਾ ਹੈ ਜਿਹੜਾ ਸਾਨੂੰ ਪਤਾ ਹੈ, ਦੂਜਾ ਡਿਸਕਾਊਂਟ ਕਿੰਨੇ ਦਾ ਦਿੱਤਾ ਹੈ ਮੰਨ ਲਓ X ਦਾ ਦਿੱਤਾ ਹੈ ਕਿਉਂਕਿ ਸਾਨੂੰ ਨਹੀਂ ਪਤਾ, ਤੇ ਸੈਲਿੰਗ ਪ੍ਰਾਈਸ ਕਿੰਨਾ ਹੈ 648। 0 ਨਾਲ 0 ਕੱਟ ਦਾਂਗੇ, ਠੀਕ ਹੈ ਜੀ, 9 ਗੁਣਾ 80 ਗੁਣਾ 100 ਮਾਈਨਸ X ਬਟੇ 100 इज इक्वल टू 648। ਹੁਣ ਇੱਥੇ ਵੀ 0 ਨਾਲ 0 ਕੱਟ ਗਏ ਤਾਂ ਇੱਥੇ x ਕੀ ਆ ਜਾਊਗਾ ਆਪਣਾ 648, ਸੌਰੀ 100 ਮਾਈਨਸ x ਕੀ ਆ ਜਾਊਗਾ 648 ਗੁਣਾ 10/9 ਗੁਣਾ 8। ਦੈਨ ਇਸ ਨੂੰ ਜੋ ਕਟਿੰਗ ਕਰਕੇ ਇਹ ਕੱਟ ਜੂਗਾ 81 ਤੇ 81 ਤੋਂ ਬਾਅਦ ਇਹ ਕੱਟ ਜੂਗਾ 9 ਤੇ, ਠੀਕ ਹੈ ਜੀ, ਤੇ ਇਹ ਆਪਣਾ ਆ ਜਾਊਗਾ ਜੀ 90। ਸੋ 100 ਮਾਈਨਸ x ਇਜ਼ ਇਕੁਅਲ ਟੂ 90। then x is equal to 100 minus 90, then x is equal to 10%। so correct answer है जी 10%। so ਇਹ ਸੀ ਆਪਣਾ ਸੀਨੀਅਰ ਅਸਿਸਟੈਂਟ ਦਾ ਜੋ ਮੌਕ ਟੈਸਟ ਹੋਇਆ ਸੀ ਸਾਡੇ ਟੈਲੀਗ੍ਰਾਮ ਗਰੁੱਪ ਵਿੱਚ, ਉਸ ਦੀ ਐਕਸਪਲੇਨੇਸ਼ਨ। ਇਹ ਪਾਰਟ 1 ਸੀ। ਪਾਰਟ 2 ਵਿੱਚ ਅਸੀਂ ਜੀਕੇ ਦਾ ਸੈਕਸ਼ਨ ਹੈ ਜਿਹੜਾ ਉਹ ਐਗਜ਼ਾਮ ਦਾ ਕਵਰ ਕਰਾਂਗੇ। ਸੋ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਹੈ ਤੇ ਆਪਣੀ ਫੀਡਬੈਕ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਣੀ ਹੈ। ਸਕਰੀਨ ਤੇ ਤੁਸੀਂ ਸਾਡੇ ਚੈਨਲ ਦੇ ਅਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟਸ ਦੇਖ ਰਹੇ ਹੋ। ਹੁਣ ਤੁਸੀਂ ਸਾਨੂੰ ਫੇਸਬੁੱਕ, ਟੈਲੀਗ੍ਰਾਮ, ਇੰਸਟਾਗ੍ਰਾਮ, YouTube, ਥ੍ਰੈਡ, ਇਹਨਾਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਨੂੰ ਫੋਲੋ ਕਰ ਸਕਦੇ ਹੋ। ਸੋ ਜੇਕਰ ਤੁਹਾਨੂੰ ਈਜ਼ੀ ਐਗਜ਼ਾਮ ਮੈਗਜ਼ੀਨ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਕੁਐਰੀ ਹੈ ਤਾਂ ਤੁਸੀਂ 9041540772 ਤੇ WhatsApp ਮੈਸੇਜ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਜੋ ਉਹ ਲੈ ਸਕਦੇ ਹੋ। ਸੋ ਇੱਕ ਵਾਰ ਫਿਰ ਤੋਂ ਸਾਰੇ ਵਿਦਿਆਰਥੀਆਂ ਦਾ ਅੱਜ ਦੀ ਇਹ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।